ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TVT4 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ, ਮੈਂ ਅਮਰਵੀਰ ਸਿੰਘ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵੀਰ, ਅੱਜ ਅਸੀਂ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ DC ਦੇ ਵਿੱਚ ਪਹੁੰਚੇ ਹਾਂ। ਇੱਥੇ ਅੱਜ ਅਸੀਂ ਵਾਈਟ ਹਾਊਸ ਦੇ ਸਾਹਮਣੇ ਖਲੋਤੇ ਹਾਂ। ਜਿਵੇਂ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ, ਇੱਕ ਪਾਸੇ ਜਿਹੜੇ ਆ ਸਿੱਖ ਤੇ ਨਾਲ ਕੁਝ ਕਸ਼ਮੀਰੀ ਐਕਟਿਵਿਸਟ ਨੇ ਵੀ ਜੁਆਇਨ ਕੀਤਾ, ਜਿੱਥੇ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਦਾ। ਜਿਹੜਾ ਇੱਥੇ ਅੱਜ ਅਸੀਂ ਬਾਹਰ ਖਲੋਤੇ ਹਾਂ, ਤੁਸੀਂ ਲਾਈਵ ਜਿਹੜੀਆਂ ਤਸਵੀਰਾਂ ਨੇ ਉਹ ਅੱਜ ਤੁਸੀਂ TVT4 ਦੇ ਰਾਹੀਂ ਦੇਖ ਰਹੇ ਹੋ। ਜਦੋਂ ਅਸੀਂ ਗੱਲ ਕਰ ਰਹੇ ਹਾਂ ਤੇ ਇਸ ਵਕਤ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅੰਦਰ ਵਾਈਟ ਹਾਊਸ ਦੇ ਵਿੱਚ, ਜੋ ਕਿ ਮੇਰੇ ਪਿੱਛੇ ਮੌਜੂਦ ਹੈ, ਉਹਨਾਂ ਦੀ ਜੋ ਬਾਈਡਨ ਦੇ ਨਾਲ ਮੀਟਿੰਗ ਹੈ, ਕੁਆਡ ਦੀ ਇੱਕ ਮੀਟਿੰਗ ਹੈ ਅੱਜ ਇੱਥੇ ਜਦੋਂ ਹੋਣ ਜਾ ਰਹੀ ਹੈ। ਸੋ ਇਹ ਇੱਕ ਅਹਿਮ ਮੁਕਾਮ ਹੈ ਜਦੋਂ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੇ ਇਜਲਾਸ ਦੇ ਮੌਕੇ ਤੇ ਦੁਨੀਆ ਭਰ ਦੀ ਜਿਹੜੀ ਲੀਡਰਸ਼ਿਪ ਹੈ ਉਹ ਇੱਥੇ ਅਮਰੀਕਾ ਦੀ ਧਰਤੀ ਦੇ ਉੱਤੇ ਪਹੁੰਚੀ ਹੈ। ਕੱਲ ਨੂੰ ਯੂਨਾਈਟਿਡ ਨੇਸ਼ਨ ਦੇ ਬਾਹਰ ਨਿਊਯਾਰਕ ਦੇ ਵਿੱਚ ਵੀ ਪ੍ਰੋਟੈਸਟ ਹੈ। ਸੋ ਅੱਜ ਆਓ ਅਸੀਂ ਇੱਥੇ ਵਾਸ਼ਿੰਗਟਨ DC ਦੀ ਧਰਤੀ ਦੇ ਉੱਤੇ ਪਹੁੰਚੇ ਹਾਂ, ਵਾਈਟ ਹਾਊਸ ਦੇ ਬਾਹਰ ਖਲੋਤੇ ਹਾਂ, ਜਿੱਥੇ ਇੱਕ ਪਾਸੇ ਸਿੱਖ ਐਕਟਿਵਿਸਟ ਜਿਹੜੇ ਆ ਉਹ ਪ੍ਰੋਟੈਸਟ ਕਰ ਰਹੇ ਆ ਨਰਿੰਦਰ ਮੋਦੀ ਦੇ ਖਿਲਾਫ। ਭਾਰਤ ਦੀ ਜਿਹੜੀ ਰਜੀਮ ਹੈ ਉਸ ਦੇ ਖਿਲਾਫ, ਹਿਊਮਨ ਰਾਈਟਸ ਵਾਇਲੇਸ਼ਨ ਦੇ ਮੁੱਦੇ ਦੇ ਉੱਤੇ, ਫਾਰਮਰ ਸਟਰਗਲ ਜਿਹੜੀ ਚੱਲ ਰਹੀ ਹੈ ਉਸ ਦੇ ਉੱਤੇ। ਨਾਲ ਹੀ ਨਾਲ ਦੂਜੇ ਪਾਸੇ ਜਿਹੜੀ ਇੱਕ ਗੁਜਰਾਤੀ ਕਰਾਊਡ ਵੀ ਨਜ਼ਰ ਆ ਰਹੀ ਹੈ, ਜਿਹੜੀ ਭਾਰਤ ਦੇ ਪ੍ਰਧਾਨ ਮੰਤਰੀ ਦਾ ਸਵਾਗਤ ਕਰ ਰਹੀ ਹੈ। ਸੋ ਆਓ ਜਿਹੜੇ ਐਕਟਿਵਿਸਟ ਇੱਥੇ ਅੱਜ ਪਹੁੰਚੇ ਆ ਉਹਨਾਂ ਨਾਲ ਵਿਚਾਰ ਚਰਚਾ ਵੀ ਕਰਦੇ ਆ ਤੇ ਉਹਨਾਂ ਦੇ ਵਿਚਾਰ ਜਾਣਦੇ ਆ ਅੱਜ ਇਸ ਮੌਕੇ ਦੇ ਉੱਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਤੁਸੀਂ ਦੇਖ ਸਕਦੇ ਸਿੰਘਾਂ ਦਾ ਕਾਫਲਾ ਵਾਈਟ ਹਾਊਸ ਦੇ ਸਾਹਮਣੇ ਮੋਦੀ ਦੇ ਖਿਲਾਫ ਪ੍ਰੋਟੈਸਟ ਹੋ ਰਿਹਾ ਧੂਮ-ਧਾਮ ਦੇ ਨਾਲ। ਹੁਣ ਤੁਸੀਂ ਇਹ ਗੱਲ ਦੇਖ ਸਕਦੇ ਹੋ ਕਿ ਕਿਵੇਂ ਇੰਡੀਅਨ ਸਟੇਟ ਜਿਹੜਾ ਸਿੱਖਾਂ ਨੂੰ ਸਟਰਗਲ ਕਰਾਉਂਦਾ ਆ ਫॉर द ਰਾਈਟ ਟੂ ਸੈਲਫ ਡਿਟਰਮੀਨੇਸ਼ਨ। ਸਟੇਟ ਦਾ ਆਪਰੇਸ਼ਨ ਕਰਕੇ ਅਸੀਂ ਸਾਰੇ ਸਿੰਘ ਕੈਲੀਫੋਰਨੀਆ ਤੋਂ ਆਏ ਆ, ਸਪੈਸ਼ਲੀ ਇੱਥੇ ਮੋਦੀ ਦਾ ਪ੍ਰੋਟੈਸਟ ਕਰਨ ਤੇ ਮੋਦੀ ਦੇ ਖਿਲਾਫ ਸੈਡੀਸ਼ਨ ਦਾ ਵੀ ਕੇਸ ਪਾਇਆ। ਨਾਲੇ ਸਾਡੀ ਈਮੇਲ ਕੈਂਪੇਨ ਵੀ ਚੱਲ ਰਹੀ ਹੈ www.unaskmodi.un। ਸੋ ਇਸ ਦੇ ਵਿੱਚ ਤੁਸੀਂ ਜਾ ਕੇ ਦੇਖ ਸਕਦੇ ਹੋ ਕਿ ਕਿਵੇਂ ਮੋਦੀ ਨੇ ਕਿਸਾਨਾਂ ਪ੍ਰਤੀ ਸਿੱਖਾਂ ਦੇ ਖਿਲਾਫ ਆਪਰੇਸ਼ਨ ਕੀਤਾ ਤੇ ਸਪਰੈਸ਼ਨ ਵੀ ਕੀਤਾ। ਹੁਣ ਅਸੀਂ ਸੋਚਣਾ ਹੈ ਅਸੀਂ ਕੀ ਕਰਨਾ। ਹੁਣ 31 ਅਕਤੂਬਰ ਨੂੰ ਨਾਨ ਬਾਈਂਡਿੰਗ ਰੈਫਰੈਂਡਮ ਦੀਆਂ ਲੰਡਨ ਦੇ ਵਿੱਚ ਸ਼ੁਰੂ ਹੋਣੀਆਂ ਵੋਟਾਂ। ਇਸ ਦੇ ਵਿੱਚ ਹੁਮ-ਹੁਮਾ ਕੇ ਹਿੱਸਾ ਪਾਓ। ਖਾਲਿਸਤਾਨ ਜ਼ਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਧੰਨਵਾਦ ਆ TV84 ਦਾ ਜਿਹੜੇ ਆ ਵਾਈਟ ਹਾਊਸ ਅੱਜ ਕਵਰ ਕਰਨ ਆਏ ਨੇ। ਤੇ ਮੇਰਾ ਨਾਮ ਦਲਜੀਤ ਸਿੰਘ ਆ, ਮੈਂ ਗਦਰੀ ਬਾਬੇ ਧਰਤੀ ਸਟਾਰਟਨ ਤੋਂ ਆਇਆ। ਮੈਂ ਇੱਥੇ ਵਾਸ਼ਿੰਗਟਨ ਦੇ ਵਿੱਚ 700 ਬੰਦੇ ਦਾ ਕਾਤਲ ਤੇ ਹੋਣੇ ਆ ਜਿਹੜਾ ਵਾ, ਪਰ ਆਹ ਬੰਦਾ ਜਿਨ੍ਹਾਂ ਨੇ ਸਾਡੇ ਲੱਖਾਂ ਭਰਾਵਾਂ ਦੀ ਜਾਨ ਲਈ ਆ, ਸਾਡੇ ਦਰਬਾਰ ਸਾਹਿਬ ਨੂੰ ਢਾਇਆ ਵਾ, ਉਹ ਬੰਦੇ ਇਸ ਧਰਤੀ ਤੇ ਆਉਣੇ ਨਹੀਂ ਚਾਹੀਦੇ। ਇਸ ਕਰਕੇ ਅਸੀਂ ਇੱਥੇ ਸਾਰੇ ਸਿੰਘ ਆਏ। ਵੇਖੋ ਬਹੁਤ ਸਿੰਘ ਇਕੱਠੇ ਹੋਏ ਆ ਇੱਥੇ ਅੱਜ, ਬਹੁਤ ਦੂਰ ਸਿੰਘ ਇਕੱਠੇ ਹੋਏ ਆ। ਸਾਰੇ ਜਾਣੇ ਆਪਾਂ ਮੋਦੀ ਦੀ ਮਕਾਨ ਕਰਨ ਆਏ ਆ ਵੀ ਹਜੇ ਕੁੱਤੇ ਬੰਦੇ ਦੁਨੀਆ ਤੇ ਹੋਣੇ ਨਹੀਂ ਚਾਹੀਦੇ। ਸਾਡੀ ਜਿਹੜੀ ਅਮਰੀਕਨ ਧਰਤੀ ਆ, ਜਿਹੜੀ ਅਮਰੀਕਨ ਕੰਟਰੀ ਆ ਬਹੁਤ ਵਧੀਆ ਇਨਸਾਫ ਵਾਲੀ ਕੰਟਰੀ ਆ ਤੇ ਇਹੋ ਜਿਹੀ ਕੰਟਰੀ ਦੇ ਉੱਪਰ ਇਹੋ ਜਿਹੇ ਗੰਦੇ ਬੰਦੇ ਦਾ ਕੋਈ ਕੰਮ ਨਹੀਂ ਗਾ। ਸੋ ਸਾਰੇ ਅਸੀਂ ਕਾਫੀ ਸਿੰਘ ਆਏ ਆ ਕੈਲੀਫੋਰਨੀਆ ਤੋਂ ਤੇ ਅਸੀਂ ਗਦਰੀ ਬਾਬਿਆਂ ਦੀ ਹਾਈ ਲਾਉਣ ਆਏ ਆ ਵੀ ਗਦਰੀ ਬਾਬੇ ਹਮੇਸ਼ਾ ਹੀ ਲੜੇ ਆ ਪੰਜਾਬ ਵਾਸਤੇ ਤੇ ਆਪਾਂ ਉਹਨਾਂ ਦੇ ਪੂਰਨੇ ਤੇ ਚੱਲਣ ਰਹੇ ਆ ਤੇ ਆਪਣੇ ਪੰਜਾਬ ਦੀ ਆਜ਼ਾਦੀ ਵਾਸਤੇ ਆਖਰੀ ਦਮ ਤੱਕ ਲੜਦੇ ਰਵਾਂਗੇ ਜਿੰਨਾ ਸਾਨੂੰ ਆਪਣਾ ਦੇਸ਼ ਪੰਜਾਬ ਖਾਲਿਸਤਾਨ ਨਹੀਂ ਮਿਲ ਜਾਂਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। I make you your success. They holding my land. They holding my people. They killing my farmers. I'm from the farmers. I'm from Punjabi. I'm from Sikh. I make some people here because we've been done. We're putting on India. There should be shame. There should be shame. You guys should be shamed because your Modi is a killer. He killed over 4,000 farmers in 9 months. In 9 months.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਵਾਸ਼ਿੰਗਟਨ ਡੀਸੀ ਜਦੋਂ ਕਿ ਮੋਦੀ ਇੰਡੀਆ ਦਾ ਨੀਚ ਪ੍ਰਾਈਮ ਮਿਨਿਸਟਰ ਇੱਥੇ ਜੋ ਬਾਈਡਨ ਨੂੰ ਮਿਲਣ ਵਾਸਤੇ ਆਇਆ ਹੋਇਆ ਹੈ, ਅਸੀਂ ਦੁਨੀਆ ਭਰ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਪਿਛਲੇ ਲਗਭਗ 1 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਜਦੋਂ ਇਹਨਾਂ ਨੇ ਕਿਸਾਨਾਂ ਤੇ 3 ਕਾਲੇ ਕਾਨੂੰਨ ਥੋਪੇ ਹੋਏ ਹਨ। ਉਹਨਾਂ ਨੂੰ ਰੱਦ ਕਰਾਉਣ ਵਾਸਤੇ ਪੂਰੇ ਅਮਰੀਕਾ ਦੀ ਜੋ ਕਰੀਮ ਹੈ, ਸਾਰੀਆਂ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਉਹ ਮੋਦੀ ਦਾ ਇੱਥੇ ਵਿਰੋਧ ਕਰਨ ਲਈ ਪਹੁੰਚੀਆਂ ਹੋਈਆਂ ਹਨ। ਔਰ ਜਿੰਨੀਆਂ ਵੀ ਜਥੇਬੰਦੀਆਂ ਅਮਰੀਕਾ ਦੀਆਂ ਖਾਲਿਸਤਾਨ ਨੂੰ ਸਮਰਪਿਤ ਹਨ, ਅਸੀਂ ਇਸ ਹਰਾਮਜ਼ਾਦੇ ਮੋਦੀ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਭਾਈ ਅਸੀਂ ਜੋ ਤੂੰ ਕਾਲੇ 3 ਕਾਨੂੰਨ ਭਾਰਤ ਦੇ ਫਾਰਮਰਸ ਤੇ ਲਾਏ ਹੋਏ ਹਨ, ਉਹ ਹਰ ਕੀਮਤ ਤੇ ਰੱਦ ਕਰਾ ਕੇ ਰਹਾਂਗੇ। ਔਰ ਜੋ ਸਾਡਾ ਦਿਸ਼ਾ ਨਿਰਦੇਸ਼ ਹੈ, ਜੋ ਤੂੰ ਸਿੱਖ ਕੌਮ ਨੂੰ, ਕਸ਼ਮੀਰੀਆਂ ਨੂੰ, ਬਾਕੀਆਂ ਨੂੰ ਗੁਲਾਮ ਬਣਾਇਆ ਹੋਇਆ ਹੈ, ਅਸੀਂ ਆਪਣੇ ਰਾਜ ਖਾਲਿਸਤਾਨ ਦੀ ਪ੍ਰਾਪਤੀ ਤੱਕ ਹਰ ਤਨ ਮਨ ਧਨ ਨਾਲ ਆਪਣਾ ਆਪ ਵਾਰ ਦਿਆਂਗੇ ਔਰ ਆਪਣਾ ਘਰ ਖਾਲਿਸਤਾਨ ਜਿਹੜਾ ਹੈ ਉਹ ਬਣਾ ਕੇ ਰਹਾਂਗੇ। ਅਸੀਂ ਕਸ਼ਮੀਰੀਆਂ ਦੇ ਨਾਲ ਹਾਂ, ਅਸੀਂ ਤਾਮਲਾਂ ਦੇ ਨਾਲ ਹਾਂ। ਅਸੀਂ ਆਉਣ ਵਾਲੇ ਅਸੀਂ ਬੇਨਤੀ ਕਰਦੇ ਹਾਂ ਸਾਰੇ ਇਨਸਾਫ ਪਸੰਦ ਲੋਕਾਂ ਨੂੰ ਔਰ ਜਾਗਦੀ ਜ਼ਮੀਰ ਵਾਲੇ ਸਿੱਖਾਂ ਨੂੰ ਕਿ ਡਟ ਜਾਓ। ਆਓ ਇਸ ਮੋਦੀ ਜੋ ਅੱਜ ਇੱਥੇ ਵਾਸ਼ਿੰਗਟਨ ਡੀਸੀ ਵਿਖੇ ਆਇਆ ਹੋਇਆ ਹੈ, ਕੱਲ ਨੂੰ 9 ਵਜੇ ਇਸ ਨੇ ਨਿਊਯਾਰਕ UNO ਦੇ ਦਫ਼ਤਰ ਬੋਲਣਾ ਹੈ। ਉੱਥੇ ਵੀ ਅਸੀਂ ਇਸ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਤੂੰ ਜਦੋਂ ਅੰਦਰ ਬੋਲੇਗਾ, ਤੂੰ ਖਾਲਿਸਤਾਨ ਜਿੰਦਾਬਾਦ, ਕਿਸਾਨ ਮਜ਼ਦੂਰ ਸੰਘਰਸ਼ ਜਿੰਦਾਬਾਦ ਦੇ ਨਾਅਰਿਆਂ ਨਾਲ ਪੁੱਠਾ ਹੋ ਕੇ ਜਾਏਗਾ। ਮੋਦੀ ਤੇਰਾ ਹਸ਼ਰ ਉਹ ਹੋਏਗਾ, ਯਾਦ ਰੱਖੀ, ਤੂੰ 100 ਛੱਤਰ ਖਾਏਗਾ, ਤੈਨੂੰ ਐਸੀ ਸਜ਼ਾ ਹੋਏਗੀ, 100 ਗੰਢਾ ਖਾਏਗਾ, 100 ਦਿਨ ਜੇਲ੍ਹ ਕੱਟੇਗਾ ਔਰ 100 ਰੁਪਇਆ ਜੁਰਮਾਨਾ ਭਰ ਕੇ ਮਾਫੀ ਮੰਗ ਕੇ ਜਿਹੜੇ ਨੇ ਇਹ ਕਾਨੂੰਨ ਵਾਪਸ ਰਹੇਗਾ। ਔਰ ਸਾਡਾ ਘਰ ਸਿੱਖਾਂ ਦਾ ਹੱਕ, ਸਾਡੀਆਂ ਮੰਗਾਂ ਨਹੀਂ ਹਨ, ਸਾਡੇ ਹੱਕ ਹਨ। ਸਿੱਖਾਂ ਦਾ ਹੱਕ ਹੈ ਖਾਲਿਸਤਾਨ। ਅਸੀਂ ਖਾਲਿਸਤਾਨ ਦੀ ਪ੍ਰਾਪਤੀ ਤੱਕ ਆਪਣਾ ਸੰਘਰਸ਼ ਜਾਰੀ ਰੱਖਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਅਮਰੀਕਾ ਦੇ ਵੱਖਰੇ ਵੱਖਰੇ ਹਿੱਸਿਆਂ ਤੋਂ ਅੱਜ ਇੱਥੇ ਵਾਸ਼ਿੰਗਟਨ DC ਅਮਰੀਕਾ ਦੀ ਰਾਜਧਾਨੀ ਵਿੱਚ ਪਹੁੰਚ ਕੇ ਪ੍ਰੋਟੈਸਟ ਕਰ ਰਹੇ ਹਨ ਮੋਦੀ ਦਾ। ਔਰ ਅਸੀਂ ਇਹ ਜਿਹੜੀ ਰੈਲੀ ਆ, ਇਹ ਕਿਸਾਨਾਂ ਦੀ ਮਦਦ ਵਾਸਤੇ, ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਸੋਲਵ ਕਰਨ ਵਾਸਤੇ ਕਰ ਰਹੇ ਹਾਂ। ਹੁਣ ਤੱਕ 3000 ਕਿਸਾਨ ਉਹ ਆਪਣੀ ਜਾਨ ਗਵਾ ਚੁੱਕੇ ਹਨ ਅਤੇ ਹੋਰ ਅਤਿਆਚਾਰ ਹੁੰਦਾ ਜਾ ਰਿਹਾ ਹੈ। ਫਾਰਮਰਸ ਦੀ ਮਦਦ ਵਿੱਚ ਸਭ ਦੁਨੀਆ ਦੇ ਲੋਕ ਤੇ ਫਾਰਮਰ ਖਲੋਤੇ ਹੋਏ ਹਨ। ਇੰਟਰਨੈਸ਼ਨਲ ਕੋਰਟ ਆਫ ਜਸਟਿਸ, ਪ੍ਰਾਈਮ ਮੈਂਬਰਸ ਪਾਰਲੀਮੈਂਟ ਆਫ UK, Prime Minister of Canada and members of the Congress have condemned the Modi's repression of the farmers. We are carrying out Punjab Khalistan independent referendum. The voting for the Punjab referendum Khalistan will start on October 31st, 2021. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। I am the farmers. I make you your success. They holding my land. They holding my people. They killing my farmers. I'm from the farmers. I'm from Punjabi. I'm from Sikh. I make some people here because we've been done. We've been all India. They should be shamed. They should be shamed. You guys should be shamed because your Modi is the killer. He can ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ TV 84 ਦੀ ਸਮੂਹ ਟੀਮ ਦਾ ਅਤੀ ਸ਼ੁਕਰਾਨਾ ਕਰਦਾ ਹਾਂ ਜੋ ਪੂਰੇ ਜੋਸ਼ ਖਰੋਸ਼ ਨਾਲ ਅੱਜ ਇਸ ਮੋਦੀ ਦੇ ਖਿਲਾਫ ਜੋ ਮੁਜ਼ਾਹਰਾ ਹੋ ਰਿਹਾ ਹੈ, ਉੱਥੇ ਸਾਰੀ ਟੀਮ ਉਹਨੂੰ ਕਵਰ ਕਰਨ ਲਈ ਪਹੁੰਚੀ ਹੋਈ ਹੈ। ਅੱਜ ਸਮੂਹ ਸੰਘਰਸ਼ੀਲ ਜਥੇਬੰਦੀਆਂ ਦੇ ਨੁਮਾਇੰਦੇ ਇੱਥੇ ਪਹੁੰਚ ਹੋਏ ਹਨ। ਖਾਲਿਸਤਾਨ ਆਪ ਦੀ ਪ੍ਰਾਪਤੀ ਲਈ, ਆਪ ਦੀ ਆਵਾਜ਼
ਵਾਈਟ ਹਾਊਸ ਵਿੱਚ ਬੈਠੇ ਮੋਦੀ ਦੇ ਕੰਨਾਂ ਤੱਕ ਪਹੁੰਚਾ ਰਹੇ ਹਨ। ਸੋ ਇਸ ਟੈਰਰ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਸਿੱਖ ਕੌਮ ਨੇ ਹੀ ਇਹਨਾਂ ਨੂੰ ਰਾਜ ਲੈ ਕੇ ਦਿੱਤਾ ਸੀ, ਸਿੱਖ ਕੌਮ ਹੀ ਇਹਨਾਂ ਦੇ ਕੋਲੋਂ ਖੋਵੇਗੀ। ਉਹ ਦਿਨ ਦੂਰ ਨੇ ਜਦੋਂ ਤੁਸੀਂ ਫਿਰ ਭੀਖ ਮੰਗੋਗੇ। ਅੱਜ ਵੀ ਜਦੋਂ ਤੁਸੀਂ ਤਰਸਦੇ ਫਿਰਦੇ ਸੀ, ਔਰੰਗਜ਼ੇਬ ਦੀਆਂ ਚੱਪਲਾਂ ਚੱਟੀਆਂ, ਉਹਨਾਂ ਤੋਂ ਛਿੱਤਰ ਖਾਦੇ, ਫਿਰ ਤੁਸੀਂ ਕੌਮਾਂ ਤੋਂ ਛਿੱਤਰ ਖਾਵੋਗੇ, ਸਿੱਖ ਕੌਮ ਤੋਂ ਜੁੱਤੀਆਂ ਖਾਵੋਗੇ। ਅੱਜ ਉਹ ਕਿਸਾਨ ਜੋ ਇਸ ਸੰਘਰਸ਼ ਨੂੰ ਲੈ ਕੇ ਦਿੱਲੀ ਦੇ ਬਾਰਡਰਾਂ ਤੇ ਬੈਠੇ ਹਨ, ਸਿੱਖ ਕੌਮ ਆਪਦੀ ਆਜ਼ਾਦੀ ਲਈ, ਕਸ਼ਮੀਰੀ ਮੁਸਲਮਾਨ ਭਰਾ ਆਪਦੀ ਆਜ਼ਾਦੀ ਲਈ ਆਪ ਦਾ ਸੰਘਰਸ਼ ਕਰ ਰਹੇ ਹਨ। ਇਹ ਫਤਿਹ ਕਰਨਗੇ, ਇਹ ਫਤਿਹ ਹੋਏਗੀ। ਇਹ ਗੱਲ ਭੁੱਲ ਜਾਣੀ ਚਾਹੀਦੀ ਹੈ ਹਿੰਦੁਸਤਾਨ ਦੀ ਹਕੂਮਤ ਨੂੰ ਕਿ ਇਹ ਜੋ ਕਰ ਰਿਹਾ ਹੈ ਇਸੇ ਤਰ੍ਹਾਂ ਹੀ ਹੋਵੇਗਾ। ਸੱਚ ਦਾ ਨਤਾਰਾ ਹੋਵੇਗਾ, ਸੱਚ ਜਿੱਤੇਗਾ, ਇਹ ਹਾਰਨਗੇ। ਸੋ ਸਮੂਹ ਸਿੱਖ ਕੌਮ ਨੂੰ ਬੇਨਤੀ ਹੈ ਕਿ ਉਹ ਭਾਈ ਆਪਣੇ ਤਨ ਮਨ ਧਨ ਦੇ ਨਾਲ ਇਸ ਸੰਘਰਸ਼ ਦੇ ਵਿੱਚ ਹਿੱਸਾ ਪਾਉਣ। ਖਾਲਿਸਤਾਨ ਤੋਂ ਬਿਨਾ, ਸਿੱਖਾਂ ਦੀ ਆਜ਼ਾਦੀ ਤੋਂ ਬਿਨਾ ਸਿੱਖ ਕੌਮ ਦਾ ਕੋਈ ਵੀ ਇਲਾਜ ਨਹੀਂ ਹੈ। ਜੇ ਅਸੀਂ ਸਰਵਾਈਵ ਕਰਨਾ ਹੈ ਤੇ ਸਾਡੇ ਲਈ ਜ਼ਰੂਰੀ ਹੈ। ਸੋ ਬੇਨਤੀ ਹੈ ਸਿੱਖ ਕੌਮ ਨੂੰ, ਆਓ ਭਾਈ ਇਕੱਠੇ ਹੋਈਏ ਤੇ ਆਪਦੀ ਆਜ਼ਾਦੀ ਲਈ ਹਮਲਾ ਮਾਰੀਏ। ਜਿੰਨੀ ਜਲਦੀ ਕਵਾਂਗੇ ਉਨਾ ਘੱਟ ਨੁਕਸਾਨ ਕਰਕੇ ਆਪਣੀ ਪ੍ਰਾਪਤੀ ਕਰ ਲਵਾਂਗੇ। ਇਹੋ ਬੇਨਤੀਆਂ ਨੇ। ਗੁਰੂ ਕੌਮ ਨੂੰ ਚੜ੍ਹਦੀ ਕਲਾ ਬਖਸ਼ੇ, ਸਭ ਸੰਘਰਸ਼ੀਲ ਜਥੇਬੰਦੀਆਂ ਨੂੰ ਚੜ੍ਹਦੀ ਕਲਾ ਬਖਸ਼ੇ। ਸੋ TV 84 ਦੀ ਟੀਮ ਦਾ ਮੈਂ ਫਿਰ ਤੋਂ ਸ਼ੁਕਰਗੁਜ਼ਾਰ ਕਰਦਾ ਹਾਂ, ਸ਼ੁਕਰੀਆ ਕਰਦਾ ਹਾਂ। ਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ, ਇਸੇ ਤਰ੍ਹਾਂ ਇਹ ਸੇਵਾ ਕਰਦੇ ਰਹਿਣ। ਭੁੱਲਾਂ ਚੁੱਕਾਂ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Yes, we have gathered here at the White House to convey the message to President Biden that the person he is meeting with today, Narendra Modi, it was his State Department who cancelled his visa in 2005 because Narendra Modi was found responsible for killing more than 2,000 people in Gujarat. Narendra Modi is known as the butcher of Gujarat. Not because I am saying so, because the city of Seattle in Washington, they passed a resolution in which they say Narendra Modi is the butcher of Gujarat. So we are here to convey the message to President Biden that you have articulated your foreign policy, that America must lead not with the example of power, but with the power of example. We will like President Biden to tell Narendra Modi that he must also lead not with the example of power, but with the power of example, not only in Kashmir, not only in Khalistan, but in whole of India. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਵਾਈਟ ਹਾਊਸ ਦੇ ਬਾਹਰ ਸਾਡੇ ਨੌਜਵਾਨ ਸਿੰਘਾਂ ਦਾ ਇਹ ਇਕੱਠ, ਜਿਸ ਨੇ ਇੱਥੇ ਇਕੱਠੇ ਹੋਏ ਪਹਾੜੇ ਦੇ ਟੱਟੂ ਗੁਜਰਾਤੀਆਂ ਨੂੰ ਭੱਜਣ ਤੇ ਮਜਬੂਰ ਕਰ ਦਿੱਤਾ ਹੈ, ਇਹ ਮੈਸੇਜ ਦਿੱਤਾ ਹੈ। ਮੈਂ ਕੁਲਦੀਪ ਨਈਅਰ ਨੂੰ 1994 ਦੇ ਵਿੱਚ ਸ਼ਿਕਾਗੋ ਦੀ ਸਟੇਜ ਤੋਂ ਐਡਰੈਸ ਕਰਦਿਆਂ ਕਿਹਾ ਸੀ ਕਿ we will chase you, find you, extradite you, try you and hang you. And today ਅੱਜ ਉਹੀ ਮਰਡਰਰ ਮੋਦੀ, ਜਿਹਦੇ ਹੱਥਾਂ 'ਚ ਹਜ਼ਾਰਾਂ ਬੇਗੁਨਾਹ ਮੁਸਲਮਾਨਾਂ ਦਾ ਖੂਨ ਗੁਜਰਾਤ ਦੇ ਵਿੱਚ ਹੈ, ਮੋਦੀ ਔਰ ਅਮਿਤ ਸ਼ਾਹ ਦੀ ਜੋੜੀ, ਕਾਤਲਾਂ ਦੀ ਜੋੜੀ ਜਿਹੜੀ ਗੁਜਰਾਤ ਤੋਂ ਦਿੱਲੀ ਪਹੁੰਚੀ। ਔਰ ਇਹ ਮੋਦੀ ਔਰ ਅਮਿਤ ਸ਼ਾਹ ਨੇ 2014 ਤੋਂ ਲੈ ਕੇ ਜਿਵੇਂ ਜ਼ੁਲਮ ਕੀਤੇ ਨੇ, ਜਿਵੇਂ ਅੱਜ ਪੰਜਾਬ ਦੇ ਲੱਖਾਂ ਕਿਸਾਨ ਪਿਛਲੇ 1 ਸਾਲ ਤੋਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ। ਕਿਸਾਨੀ ਕਾਨੂੰਨਾਂ ਦਾ ਮਤਲਬ ਹੈ ਪੰਜਾਬ ਦਾ ਇਕਨੋਮਿਕਲ ਜੈਨੋਸਾਈਡ, ਸਾਡਾ ਫਿਜ਼ੀਕਲ ਜੈਨੋਸਾਈਡ, ਹਿਸਟੋਰੀਕਲ ਜੈਨੋਸਾਈਡ, ਸਟੈਟਿਸਟਿਕਲ ਜੈਨੋਸਾਈਡ। ਔਰ ਅਸੀਂ ਦੇਖਿਆ ਕਿ ਕਿਵੇਂ 5 ਅਗਸਤ 2019 ਨੂੰ ਕਸ਼ਮੀਰ ਦੇ ਵਿੱਚ ਆਈਨੀ ਗੁੰਡਾਗਰਦੀ ਕਰਕੇ ਆਰਟੀਕਲ 370, 35A ਖਤਮ ਕਰ ਦਿੱਤਾ ਗਿਆ। 1 ਮਿਲੀਅਨ ਫੌਜ ਕਸ਼ਮੀਰ ਵਿੱਚ ਬਿਠਾਈ ਹੋਈ ਹੈ। ਕਸ਼ਮੀਰੀ ਭਰਾ ਭੈਣਾਂ ਭਾਰਤੀ ਜ਼ੁਲਮ ਦੀ ਚੱਕੀ ਵਿੱਚ ਫਸ ਰਹੇ ਨੇ। ਪੰਜਾਬ ਦੇ ਵਿੱਚ ਸਿੱਖਾਂ ਨੇ ਆਪਣੀ ਆਜ਼ਾਦੀ ਦਾ ਨਾਰਾ, ਖਾਲਿਸਤਾਨ ਦਾ ਨਾਰਾ ਜੂਨ 1984 ਤੋਂ ਬਾਅਦ ਹੀ ਦਿੱਤਾ ਸੀ। ਨਾਰਥ ਈਸਟ ਦੇ ਵਿੱਚ ਨਾਗੇ ਹੋਣ, ਮੀਜ਼ੋ ਹੋਣ, ਮਨੀਪੁਰੀ ਹੋਣ, ਭਾਰਤ ਭਰ ਦੇ ਵਿੱਚ ਦਲਿਤ ਭਾਈਚਾਰਾ, ਇਹਨਾਂ ਹਿੰਦੂ ਤਵੀਆਂ, ਜਿਹੜੀ ਹਿੰਦੂ ਤਵੀ ਹਕੂਮਤ ਨਾਜ਼ੀ ਤਰਜ਼ ਦੀ ਹੈ,
ਨਾਜ਼ੀਆਂ ਦਾ ਨਾਰਾ ਸੀ, ਵਨ ਰੇਸ ਵਨ ਪੀਪਲ ਵਨ ਨੇਸ਼ਨ। ਇਹ ਹਿੰਦੁਸਤਾਨ ਦੇ ਥੱਲੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਤੇ ਤੁਲੇ ਹੋਏ ਨੇ। ਭਾਰਤ ਦੇ ਨਕਸ਼ੇ ਦੇ ਵਿੱਚ 30 ਮਿਲੀਅਨ ਤੋਂ ਜ਼ਿਆਦਾ ਸਿੱਖ, 200 ਮਿਲੀਅਨ ਤੋਂ ਜ਼ਿਆਦਾ ਮੁਸਲਮਾਨ, 100 ਮਿਲੀਅਨ ਤੋਂ ਜ਼ਿਆਦਾ ਦਲਿਤ ਅੱਜ ਇਹਨਾਂ ਦੇ ਜ਼ੁਲਮਾਂ ਦਾ ਸ਼ਿਕਾਰ ਨੇ। ਔਰ ਇਹ ਖਾਲਿਸਤਾਨ ਦੇ ਕੇਸਰੀ ਝੰਡੇ ਔਰ ਸਾਡੇ ਨਾਲ ਸਾਡੇ ਕਸ਼ਮੀਰੀ ਭਰਾ, ਜਿਵੇਂ ਹੁਣੇ ਹੀ ਡਾਕਟਰ ਫਾਈ ਨੇ ਐਡਰੈਸ ਕੀਤਾ TV 84 ਤੋਂ, ਅਸੀਂ ਇਹ ਮੈਸੇਜ ਦੇ ਰਹੇ ਹਾਂ ਕਿ ਇਸ ਦਿੱਲੀ ਸਾਮਰਾਜ ਦੇ ਉੱਤੇ ਹਿੰਦੂਤਵਾਦੀ ਜਕੜ ਨੂੰ ਅਸੀਂ ਤੋੜਾਂਗੇ। ਖਾਲਿਸਤਾਨ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਆਜ਼ਾਦ ਹੋਏਗਾ, ਕਸ਼ਮੀਰ ਆਜ਼ਾਦ ਹੋਏਗਾ, ਨਾਰਥ ਈਸਟ ਦੀਆਂ ਸਟੇਟਾਂ ਆਜ਼ਾਦ ਹੋਣਗੀਆਂ, ਬ੍ਰਾਹਮਣਵਾਦ ਦਾ ਅੰਤ ਹੋਏਗਾ। ਔਰ ਇਸ ਬ੍ਰਾਹਮਣਵਾਦ ਦੀ ਬਿਮਾਰ ਆਈਡੀਓਲੋਜੀ ਨੂੰ ਅਸੀਂ ਇੰਡੀਅਨ ਓਸ਼ਨ ਦੇ ਵਿੱਚ ਰੋੜ ਦੇਾਂਗੇ। ਖਾਲਿਸਤਾਨ ਜ਼ਿੰਦਾਬਾਦ, ਕਸ਼ਮੀਰ ਜ਼ਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ TV 84 ਦੇ ਸਮੂਹ ਪ੍ਰਬੰਧਕ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦੀ ਹਾਂ, ਸਪੈਸ਼ਲ ਤੌਰ ਤੇ ਡਾਕਟਰ ਅਮਰਜੀਤ ਸਿੰਘ ਹੋਣਾ ਦਾ, ਜਿਹੜੇ ਸਾਨੂੰ ਸੁਚੇਤ ਕਰਦੇ ਨੇ ਕਿ ਕਦੋਂ ਕੀ ਹੋ ਰਿਹਾ। ਇਹ ਹਿੰਦੁਸਤਾਨ ਦਾ, ਹਿੰਦੂਆਂ ਦਾ ਜਿਹੜਾ ਬ੍ਰਾਹਮਣ ਮੋਦੀ ਅੱਜ ਇੱਥੇ ਪਹੁੰਚਿਆ ਅਮਰੀਕਾ ਦੇ ਪ੍ਰੈਜ਼ੀਡੈਂਟ ਨੂੰ ਮਿਲਣ ਵਾਸਤੇ, ਤੇ ਅਮਰੀਕਾ 'ਚ ਬੈਠੀਆਂ ਹੋਈਆਂ ਜਾਂ ਪੰਜਾਬ ਤੋਂ, ਉਸ ਭਾਰਤ ਤੋਂ ਬਾਹਰ ਬੈਠੇ ਸਾਰੇ ਸਿੱਖ ਜਿਹੜੇ ਨੇ, ਉਹ ਪੰਜਾਬ ਵਿੱਚ ਜਿਹੜੇ ਸਾਡੇ ਹਿੰਦੁਸਤਾਨ ਦੇ ਵਿੱਚ ਜਿਹੜੇ ਕਿਸਾਨ ਦੇ ਉਲਟ 3 ਜਿਹੜੇ ਕਾਨੂੰਨ ਬਣਾਏ ਨੇ ਉਹਨਾਂ ਨੂੰ ਰੱਦ ਕਰਨ ਵਾਸਤੇ, ਤੇ ਸਿੱਖ ਕੌਮ ਨਾਲ ਜਿਹੜੇ ਲੰਮੇ ਸਮੇਂ ਤੋਂ ਵਾਪਰ ਰਹੇ ਜ਼ੁਲਮ ਨੇ, ਜਿਹੜੀ ਹਿੰਦੁਸਤਾਨ ਦੀ ਹਿੰਦੂਆ ਸਰਕਾਰ ਹੈ, ਉਹਦੇ ਮੌਕੇ ਤੇ ਸਿੱਖ ਕੌਮ ਨਾਲ ਜਿਹੜੇ ਜ਼ੁਲਮ ਕੀਤੇ ਜਾ ਰਹੇ ਨੇ, ਸਿੱਖਾਂ ਨੂੰ ਸਦਾ ਹੀ ਗੁਲਾਮੀ ਦਾ ਅਹਿਸਾਸ ਕਰਾਇਆ ਜਾਂਦਾ। ਅੱਜ ਇੱਥੇ ਅਮਰੀਕਾ ਦੇ ਵਿੱਚ ਵਾਸ਼ਿੰਗਟਨ DC ਦੇ ਵਿੱਚ ਬਹੁਤ ਵੱਡੇ ਇਕੱਠ ਦੇ ਵਿੱਚ ਇਸ ਮੀਡੀਆ ਦੇ ਰਾਹੀਂ ਤੁਸੀਂ ਦੇਖ ਸਕਦੇ ਹੋ, ਦੁਨੀਆ ਤੇ ਪਰ ਬੈਠੇ ਸਿੱਖ ਸਾਰੇ ਦੇਖ ਸਕਦੇ ਨੇ ਵੀ ਇਹਨਾਂ ਧਰਤੀ ਦੇ ਬੈਠੇ ਸਾਰੇ ਸਿੱਖ ਇਕੱਤਰ ਹੋ ਕੇ ਉਸ ਬੁੱਚੜ ਮੋਦੀ ਨੂੰ, ਉਸ ਵਿਪਰਵਾਦ ਸਰਕਾਰ ਨੂੰ, ਉਸ ਵਿਪਰਵਾਦ ਦੇ ਸਰਕਾਰ ਦੇ ਕੰਨ ਵਿੱਚ ਆਵਾਜ਼ ਪਾਉਣ ਵਾਸਤੇ, ਉਹਨਾਂ ਦੀਆਂ ਅੱਖਾਂ ਖੋਲ੍ਹਣ ਵਾਸਤੇ ਅੱਜ ਬਹੁਤ ਵੱਡੇ ਇਕੱਠ ਦੇ ਰਾਹੀਂ, ਇੱਥੋਂ ਦੇ ਸਿਸਟਮ ਦੇ ਰਾਹੀਂ, ਮੀਡੀਆ ਦੇ ਰਾਹੀਂ ਉਸ ਬ੍ਰਾਹਮਣਵਾਦ ਨੂੰ ਸੁਨੇਹਾ ਦਿੱਤਾ ਜਾ ਰਿਹਾ ਕਿ ਕਿਸੇ ਵੀ ਹਾਲਾਤ ਦੇ ਵਿੱਚ ਸਿੱਖ ਕੌਮ ਜਿਹੜੇ ਨੇ ਉਹ ਗੁਲਾਮੀ ਬਰਦਾਸ਼ਤ ਨਹੀਂ ਕਰਨਗੇ, ਤੇ ਕਿਸੇ ਵੀ ਹਾਲਤ ਦੇ ਵਿੱਚ ਜਿਹੜੇ ਕਿਸਾਨਾਂ ਦੇ ਅਗੇਂਸਟ ਨੇ ਕਾਨੂੰਨ ਬਣਾਏ ਗਏ ਨੇ ਉਹ ਵਾਪਸ ਕਰਕੇ ਸਿੱਖ ਪੂਰੀ ਆਜ਼ਾਦੀ ਦੇ ਨਾਲ ਹੀ ਆਜ਼ਾਦ ਮੰਨਣਗੇ। 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦੀ ਬੋਲ ਹਰ ਇੱਕ ਬੱਚੇ ਨੂੰ ਯਾਦ ਰੱਖਣੇ ਚਾਹੀਦੇ ਨੇ ਕਿ ਸਿੱਖ ਕੌਮ ਜਿਹੜੀ ਹੈ ਇਸ ਵੇਲੇ ਗੁਲਾਮ ਹੈ, ਆਜ਼ਾਦੀ ਸਾਡਾ ਹੱਕ ਹੈ, ਤੇ ਆਜ਼ਾਦੀ ਵਾਸਤੇ ਸਾਨੂੰ ਆਪਣੇ ਯੋਗਦਾਨ ਪਾਉਣਾ ਚਾਹੀਦਾ। ਜਿਹਦੀ ਨੀਂਹ ਪੱਥਰ 1984 ਦੇ ਵਿੱਚ ਇੰਡੀਆ ਦੀ ਆਰਮੀ ਨੇ ਦਰਬਾਰ ਸਾਹਿਬ 'ਚ ਪੈਰ ਪਾ ਕੇ ਉਹਦੀ ਨੀਂਹ ਰੱਖੀ ਸੀ, ਉਸ ਮਾਹਲ ਨੂੰ ਪੂਰਾ ਕਰਨ ਵਾਸਤੇ ਜਿੱਥੇ ਵੀ ਕੋਈ ਸਿੱਖ ਬੈਠਾ, ਜਿੱਥੇ ਵੀ ਕੋਈ ਪੰਥ ਦਾ ਦਰਦ ਰੱਖਣ ਵਾਲਾ ਵੀਰ ਬੈਠਾ, ਉਹ ਆਪਣ ਵੀ ਹਾਸੇ ਦੇ ਨਾਲ ਯੋਗਦਾਨ ਪਾਓ। ਤੇ ਅੱਜ ਇਸ ਮੀਡੀਆ ਦੇ ਰਾਹੀਂ ਫਿਰ ਦੁਬਾਰਾ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆ ਕਿ ਸਿੱਖਾਂ ਦੇ ਸਿੱਖ ਰਾਜ ਖਾਲਸਤਾਨ ਦੀ ਪ੍ਰਾਪਤੀ ਵਾਸਤੇ ਆਪਣੇ ਯੋਗਦਾਨ ਪਾਈਏ। ਤੇ ਅੱਜ ਇਸ ਬ੍ਰਾਹਮਣ ਨੂੰ ਤੇ ਕੱਲ ਜਿਹੜਾ UN ਦੇ ਵਿੱਚ ਬੋਲਣਾ, ਉੱਥੇ ਵੀ ਇਹਦਾ ਮੂੰਹ ਤੋੜਵਾ ਜਵਾਬ ਦੇ ਕੇ ਇਹਨੂੰ ਖਾਲੀ ਹੱਥ ਵਾਪਸ ਮੋੜਾਂਗੇ। ਇਹਨਾਂ ਸ਼ਬਦਾਂ ਦੇ ਨਾਲ ਫਤਿਹ ਪ੍ਰਵਾਨ ਕਰਨਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। All the media here for the Modi, we want to let you know the Modi you here for, he can over 4,000 Punjabi farmers in Punjab, in New Delhi. The Modi you here for, he can't be politician because I also a media person, I'm also a mediator, I speak for people right. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਿੱਖ ਸੰਗਤਾਂ ਵਾਸ਼ਿੰਗਟਨ DC ਵਿਖੇ ਵਾਈਟ ਹਾਊਸ ਦੇ ਸਾਹਮਣੇ ਮੋਦੀ ਦੇ ਅਗੇਂਸਟ ਪ੍ਰੋਟੈਸਟ ਕਰਨ ਵਾਸਤੇ ਇਕੱਠੀਆਂ ਹੋਈਆਂ ਹਨ। ਮੋਦੀ ਜੋ ਕਿ ਇੰਡੀਅਨ ਡੈਮੋਕ੍ਰੇਸੀ ਦਾ ਟੈਰਰਿਸਟ ਫੇਸ ਹੈ, ਜੋ ਕਿ RSS ਦਾ ਕਰਿੰਦਾ ਹੈ, ਔਰ RSS ਇੱਕ ਨੰਬਰ 1 ਵਰਲਡ ਦੀ ਟੈਰਰਿਸਟ ਜਮਾਤ ਹੈ, ਉਸ ਨੂੰ ਬਿਲੋਂਗ ਕਰਦਾ ਹੈ। ਮੋਦੀ ਅੱਜ ਵਾਸ਼ਿੰਗਟਨ DC ਵਿਖੇ ਪ੍ਰੈਜ਼ੀਡੈਂਟ ਬਾਈਡਨ ਨਾਲ ਗੱਲਬਾਤ ਕਰਨ ਵਾਸਤੇ ਆਇਆ ਹੋਇਆ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਸਾਰੀਆਂ ਸਟੇਟਾਂ ਤੋਂ ਇੱਥੇ ਇਕੱਠੀਆਂ ਹੋਈਆਂ ਹਨ ਅਤੇ ਆਪਣਾ ਰੋਸ ਮੁਜ਼ਾਹਰਾ ਕਰ ਰਹੀਆਂ ਹਨ। ਦੱਸ ਰਹੀਆਂ ਹਨ ਮੋਦੀ, you are not welcome in America. Modi, you are not welcome America. America is a free country.
everybody has a right in America. So we not welcome you. We say, Modi, go back. Modi, go back. Indian government policies, killing Sikh, Muslim, Dalit, Christians. So we all come here to protest against the policies of the Modi government. Modi government killed thousands of Sikh youth, destroyed our Akal Takht, destroyed our Darbar Sahib, and killing the human rights peoples, killing the human rights activists. So we are get together here in thousands to telling the Modi, go back, you are not welcome. We just telling Modi, we want our independent country, Khalistan. We want Azadi. Sikh demand Khalistan. Sikh demand Azadi. Kashmiri demand Azadi. Dalit demand Azadi. So, ਅਸੀਂ ਇੱਥੇ ਇਕੱਠੇ ਹੋਏ ਹਾਂ ਮੋਦੀ ਦੇ ਅਗੇਂਸਟ ਮੁਜ਼ਾਹਰਾ ਕਰਨ ਵਾਸਤੇ ਅਤੇ ਇੰਡੀਅਨ ਗਵਰਨਮੈਂਟ ਪਾਲਿਸੀਜ਼ ਦੇ ਵਿਰੁੱਧ ਆਵਾਜ਼ ਉਠਾਉਣ ਵਾਸਤੇ। ਕਸ਼ਮੀਰ ਵਿੱਚ ਧਾਰਾ 370 ਖਤਮ ਕਰ ਦਿੱਤੀ ਹੈ। ਸਾਰੇ ਦੇਸ਼ ਵਿੱਚ ਮੀਡੀਆ ਵਿਕਾਊ ਹੈ। ਉੱਥੇ ਮੀਡੀਆ ਜੋ ਹੈ ਗੋਦੀ ਮੀਡੀਆ ਬਣਿਆ ਹੋਇਆ ਹੈ। ਸੋ ਅਸੀਂ ਇੱਥੇ ਇਕੱਠੇ ਹੋਏ ਹਾਂ ਇੰਡੀਅਨ ਗਵਰਨਮੈਂਟ ਦੀਆਂ ਪਾਲਿਸੀਆਂ ਦੇ ਵਿਰੁੱਧ ਆਵਾਜ਼ ਉਠਾਉਣ ਵਾਸਤੇ। ਨਾਲ ਹੀ ਅਸੀਂ ਉਹਨਾਂ ਕਿਸਾਨਾਂ ਦੇ ਹੱਕਾਂ ਦੇ ਵਿੱਚ ਖਲੋਤੇ ਹਾਂ, ਕਿਸਾਨਾਂ ਦੇ ਨਾਲ ਖਲੋਤੇ ਹਾਂ ਜੋ ਕਿਸਾਨ ਪਿਛਲੇ 1 ਸਾਲ ਤੋਂ ਦਿੱਲੀ ਦੀਆਂ ਬਰੂਹਾਂ ਤੇ ਮੁਜ਼ਾਹਰਾ ਕਰ ਰਹੇ ਹਨ। ਜੋ ਇੰਡੀਅਨ ਗਵਰਨਮੈਂਟ ਨੇ 3 ਕਾਲੇ ਕਾਨੂੰਨ ਪਾਸ ਕੀਤੇ ਹਨ, ਜਿਸ ਕਾਲੇ ਕਾਨੂੰਨਾਂ ਅਨੁਸਾਰ ਕਿਸਾਨਾਂ ਦੀ ਜ਼ਮੀਨ ਖੋਹ ਕੇ ਅਡਾਨੀ ਅਬਾਨੀ ਨੂੰ ਦਿੱਤੀ ਜਾਏਗੀ, ਕਿਸਾਨਾਂ ਨੂੰ ਘਸਿਆਰੇ ਬਣਾ ਦਿੱਤਾ ਜਾਏਗਾ, ਕਿਸਾਨਾਂ ਨੂੰ ਮੰਗਤੇ ਬਣਾ ਦਿੱਤੇ ਜਾਏਗਾ। ਅਸੀਂ ਉਸ ਵਿਰੁੱਧ ਆਵਾਜ਼ ਉਠਾਉਣ ਵਾਸਤੇ ਇਹ 3 ਕਾਲੇ ਕਾਨੂੰਨ ਵਾਪਸ ਕਰਾਉਣ ਵਾਸਤੇ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਇੱਥੇ ਇਕੱਠੀਆਂ ਹੋਈਆਂ ਹਨ। ਅਸੀਂ ਮੋਦੀ ਨੂੰ ਕਹਿੰਦੇ ਹਾਂ, ਮੋਦੀ you are not welcome in America. Modi, go back. Modi, go back. What we want, Khalistan. What we want, Khalistan. Kisan Hal, Khalistan. Kisan Hal, Khalistan. Kisan Hal, Kisan Hal, Kisan Hal, Kisan Hal. What we want, what we want, what we want. ਅਸੀਂ ਇੱਥੇ ਇਕੱਠੇ ਹੋਏ ਹਾਂ ਕਿ ਇਹ 3 ਕਾਨੂੰਨ ਜੋ ਹਿੰਦੁਸਤਾਨ ਦੀ ਗਵਰਨਮੈਂਟ ਨੇ, ਜੋ ਮੋਦੀ ਗਵਰਨਮੈਂਟ ਨੇ 3 ਕਾਲੇ ਕਾਨੂੰਨ ਕਿਸਾਨਾਂ ਦੇ ਵਿਰੁੱਧ ਬਣਾਏ ਹਨ, ਅਸੀਂ ਕਹਿੰਦੇ ਹਾਂ ਕਿ ਉਹ ਕਾਲੇ ਕਾਨੂੰਨ ਜਲਦੀ ਤੋਂ ਜਲਦੀ ਵਾਪਸ ਕੀਤੇ ਜਾਣ। ਅਤੇ ਅਸੀਂ ਕਿਸਾਨਾਂ ਦੇ ਹੱਕ ਵਿੱਚ ਇੱਥੇ ਇਕੱਠੇ ਹੋਏ ਹਾਂ। ਪਰ ਨਾਲ ਹੀ ਅਸੀਂ ਕਿਸਾਨਾਂ ਨੂੰ ਇਹ ਕਹਿ ਦੇਣਾ ਚਾਹੁੰਦੇ ਹਾਂ ਕਿ ਤੁਹਾਡਾ ਸਿਰਫ ਇੱਕੋ ਹੀ ਹੱਲ ਹੈ, ਕਿਸਾਨਾਂ ਦਾ ਸਿਰਫ ਇੱਕੋ ਹੀ ਹੱਲ ਹੈ, ਕਿਸਾਨ ਹੱਲ, ਖਾਲਿਸਤਾਨ, ਕਿਸਾਨ ਹੱਲ, ਕਿਸਾਨ ਹੱਲ, ਕਿਸਾਨ ਹੱਲ। ਲੱਖਾਂ ਦੀ ਗਿਣਤੀ ਵਿੱਚ ਸਿੱਖ ਇੱਥੇ ਇਕੱਠੇ ਹੋਏ ਹਨ ਅਤੇ ਅਸੀਂ ਮੋਦੀ ਨੂੰ ਕਹਿੰਦੇ ਹਾਂ, ਮੋਦੀ you are not welcome in America. Modi, go back. Who's the terrorist? Modi. Who's the terrorist? Who's the terrorist? Who's the killer? Who's the killer? Modi, go back. You are not welcome in America. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਆ ਟੀਵੀ 84 ਵਾਲੇ ਭਾਈ ਡਾਕਟਰ ਅਮਰਜੀਤ ਸਿੰਘ ਹੋਣਾ ਦਾ ਤੇ ਉਹਨਾਂ ਦੀ ਸਾਰੀ ਟੀਮ ਦਾ ਜਿਹੜੇ ਅੱਜ ਇੱਥੇ ਕਵਰੇਜ ਕਰ ਰਹੇ ਆ। ਅੱਜ ਅਸੀਂ ਵਾਈਟ ਹਾਊਸ ਦੇ ਸਾਹਮਣੇ ਜਿੱਥੇ ਨਰਿੰਦਰ ਮੋਦੀ ਆਇਆ ਉਹਦੇ ਅਗੇਂਸਟ ਪ੍ਰੋਟੈਸਟ ਕਰਨ ਆ ਰਹੇ ਆ, ਕਿਉਂਕਿ ਇਸ ਮੋਦੀ ਨੇ ਗੁਜਰਾਤ ਵਿੱਚ ਕਿੰਨਿਆਂ ਦੀ ਜਾਨ ਲਈ ਆ। ਫਾਰਮਰ ਜਿਹੜੇ ਜਾ ਕੇ ਦਿੱਲੀ ਬੈਠੇ ਆ, 3000 ਤੋਂ ਵੱਧ ਮੌਤਾਂ ਹੋ ਚੁੱਕੀਆਂ। ਸਾਡਾ ਜਿਹੜਾ ਹੱਲ ਆ ਇੱਕੋ ਇੱਕ ਹੈ, ਆਜ਼ਾਦੀ। ਕਈ ਵੀਰ ਸਾਡੇ ਕਹੀ ਜਾਂਦੇ ਆ ਵੀ ਫਾਰਮਰ ਬਿੱਲ ਮੁੜ ਕੇ ਸਾਨੂੰ ਆਜ਼ਾਦੀ ਮਿਲ ਜਾਊਗੀ, ਸਾਡੀ ਜ਼ਮੀਨ ਬਚੂਗੀ। ਨਹੀਂ ਬਚਣੀ। ਘਰਾਂ 'ਚ ਬਹਿ ਕੇ ਫੇਸਬੁੱਕਾਂ ਤੇ ਲਾਈਵ ਹੋ ਕੇ ਤੁਹਾਡੇ ਮਸਲੇ ਹੱਲ ਨਹੀਂ ਹੋਣੇ, ਜਾਂ ਉੱਥੇ ਪੈਸੇ ਭੇਜ ਕੇ ਮਸਲੇ ਹੱਲ ਨਹੀਂ ਹੋਣੇ। ਸਪੋਰਟ ਕਰੋ, ਤਰੀਕੇ ਨਾਲ ਕਰੋ, ਪਹੁੰਚੋ ਇੱਥੇ ਵੀ। ਅੱਜ ਇੱਥੇ ਕੋਈ ਨਹੀਂ ਦੀਦਾ ਜਿਹੜਾ ਕਹਿੰਦਾ ਸੀ ਵੀ ਭਾਈ ਸਾਡੇ ਆਹ ਹੋ ਜਾਊਗਾ, ਆਹ ਕਰਾਂਗੇ। ਅੱਜ ਕਿੱਥੇ ਅੱਜ ਤੁਹਾਡੇ ਕੋਲ ਆਇਆ, ਉਹ ਤਾਂ ਉੱਥੇ ਬੈਠੇ ਦਿੱਲੀ ਜਾ ਕੇ। ਤੁਸੀਂ ਵੀ ਅਮਰੀਕਾ ਵਾਲਿਓ ਘਰਾਂ ਤੋਂ ਨਿਕਲ ਕੇ ਆਵੋ। ਆਜ਼ਾਦੀ ਹੱਲ ਆ, ਖਾਲਿਸਤਾਨ ਤੋਂ ਬਿਨਾਂ ਤੁਹਾਡਾ ਹੱਲ ਕੋਈ ਨਹੀਂ। ਕੱਲ ਨਿਊਯਾਰਕ ਚੱਲਾਂਗੇ, ਉੱਥੇ ਵੀ ਪਹੁੰਚਾਂਗੇ। 2020 ਵਾਲੇ ਵੀਰ
ਹੋਰ ਸਾਰੀਆਂ ਜਥੇਬੰਦੀਆਂ ਰਲ ਕੇ ਇੱਥੇ ਪ੍ਰੋਟੈਸਟ ਕਰ ਰਹੇ ਆ। ਮਿਸਿੰਗ ਆ ਉਹੀ ਜਿਹੜੇ ਕਿਸਾਨ ਮਜ਼ਦੂਰ ਏਕਤਾ ਕਹਿੰਦੇ ਸੀ, ਉਹ ਵੀ ਪਹੁੰਚੋ ਭਰਾਵੋ। ਆਜ਼ਾਦੀ ਤੋਂ ਬਿਨਾਂ ਤੁਹਾਡਾ ਹੱਲ ਨਹੀਂ, ਇੱਕੋ ਝੰਡੇ ਕੇਸਰੀ ਥੱਲੇ ਇਕੱਠੇ ਹੋਵੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇੱਥੇ ਵਾਸ਼ਿੰਗਟਨ ਡੀਸੀ ਦੇ ਪ੍ਰੋਟੈਸਟ ਵਿੱਚ ਸ਼ਿਕਾਗੋ ਤੋਂ ਆਏ ਹਾਂ ਤੇ ਮੇਰੇ ਨਾਲ ਵੀਰ 4-5 ਵੀਰ ਸਿੰਘ ਹੋ ਰਹੇ ਆ ਤੇ ਮੈਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਤਰਫੋਂ ਸ਼ਿਕਾਗੋ ਯੂਨਿਟ ਵੱਲੋਂ ਆਇਆ ਆਪਣੀ ਹਾਜ਼ਰੀ ਲਵਾਉਣ। ਅੱਜ ਅਸੀਂ ਇੱਥੇ ਮੋਦੀ ਨੂੰ ਗੋ ਬੈਕ ਦੇ ਨਾਰਿਆਂ ਦੇ ਨਾਲ, ਮੋਦੀ ਮੁਰਦਾਬਾਦ, ਖਾਲਿਸਤਾਨ ਜਿੰਦਾਬਾਦ ਦੇ ਨਾਰਿਆਂ ਦੇ ਨਾਲ ਅਸੀਂ ਉਸ ਦਾ ਵੈਲਕਮ ਕੀਤਾ ਹੈਗਾ ਤੇ ਉਸ ਨੂੰ ਤੇ ਉਸਦੇ ਜਿੰਨੇ ਵੀ ਇੱਥੇ ਅੱਜ ਉਸਦੇ ਪੁਆਇੰਦੇ ਆਏ ਹਨ, ਅਸੀਂ ਉਹਨਾਂ ਸਾਰਿਆਂ ਨੂੰ ਅੱਜ ਦਰਸਾ ਦਿੱਤਾ ਕਿ ਸਿੱਖ ਦੀ ਡਿਮਾਂਡ ਖਾਲਿਸਤਾਨ ਹੈ। ਖਾਲਿਸਤਾਨ ਤੋਂ ਬਿਨਾਂ ਕੋਈ ਵੀ ਸਿੱਖਾਂ ਦੇ ਕੋਲ ਚਾਰਾ ਨਹੀਂ ਹੈ। ਅੱਜ ਭਾਵੇਂ ਅਸੀਂ ਇੰਡੀਆ ਦੇ ਵਿੱਚ ਅਸੀਂ ਕਿਸਾਨੀ ਸੰਘਰਸ਼ ਲੜ ਰਹੇ ਹਾਂ, ਕਿਸਾਨੀ ਸੰਘਰਸ਼ ਦੀ ਵੀ ਐਂਡ ਜੋ ਹੈ ਉਹ ਇੱਕ ਖਾਲਿਸਤਾਨ ਦੇ ਨਾਲ ਹੀ ਹੋਣਾ ਹੈ। ਅੱਜ ਭਾਵੇਂ ਅਸੀਂ ਜਿੰਨੇ ਮਰਜ਼ੀ ਅਸੀਂ ਆਪੋ ਆਪਣੇ ਅਲੱਗ-ਅਲੱਗ ਅਸੀਂ ਚੱਲ ਰਹੇ, ਪਰ ਖਾਲਿਸਤਾਨ ਸਿੱਖਾਂ ਦੀ ਇੱਕ ਆਖਰੀ ਮੰਜ਼ਿਲ ਹੈ। ਅਸੀਂ ਆਪਣੀ ਮੰਜ਼ਿਲ ਸਰ ਕਰਕੇ ਰਹਾਂਗੇ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਖੀਰ ਦੇ ਵਿੱਚ ਮੈਂ TV 84 ਦੇ ਵੀ ਧੰਨਵਾਦ ਹਾਂ ਜਿਨ੍ਹਾਂ ਨੇ ਇਸ ਪੂਰੇ ਸਾਰੇ ਪ੍ਰੋਟੈਸਟ ਨੂੰ ਇਹਨਾਂ ਨੇ ਕਵਰੇਜ ਕੀਤਾ ਹੈਗਾ। ਸਪੈਸ਼ਲ ਤੌਰ ਤੇ ਡਾਕਟਰ ਅਮਰਜੀਤ ਸਿੰਘ ਤੇ ਭਾਈ ਪਰਮਜੀਤ ਸਿੰਘ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਹਿੰਦੁਸਤਾਨ ਦਹਿਸ਼ਤਗਰਦ ਮੁਲਕ ਤੋਂ ਤੁਰਿਆ ਇਹ ਅੱਤਵਾਦੀ ਚਿਹਰਾ ਮੋਦੀ ਅੱਜ ਅਮਰੀਕਾ ਦੀ ਧਰਤੀ ਵਿੱਚ ਜੋ ਬਾਈਡਨ ਨਾਲ ਮੀਟਿੰਗ ਕਰਨ ਪਹੁੰਚਿਆ ਆ। ਤੁਸੀਂ ਵੇਖ ਸਕਦੇ ਹੋ ਪੰਜਾਬ ਦੀ ਜਾਗਦੀ ਜ਼ਮੀਰ ਜਿਹੜੇ ਆਪਣੇ ਕਿਸਾਨਾਂ ਦੇ ਹੱਕ ਵਿੱਚ ਇੱਥੇ ਖੜ ਕੇ ਉਸ ਕਾਤਲ ਮੋਦੀ ਨੂੰ ਯਾਦ ਦਿਵਾ ਰਹੇ ਨੇ ਵੀ 3000 ਪੰਜਾਬ ਦੇ ਕਿਸਾਨ ਮਾਰੇ ਨੇ। ਇਹ ਜਿਹੜੇ 3000 ਕਿਸਾਨ ਦੀ ਮੌਤਾਂ ਦਾ ਜਿਹੜਾ ਬਦਲਾ ਆ ਉਹ ਪੰਜਾਬੀ ਲਊਗਾ। 24 ਤਰੀਕ ਨੂੰ ਅੱਜ ਇੱਥੇ ਵਾਸ਼ਿੰਗਟਨ DC 'ਚ ਖੜ ਕੇ ਧਰਨਾ ਦਿੱਤਾ ਜੇ। 25 ਤਰੀਕ ਨੂੰ ਜਿੰਨੇ ਵੀ ਸਿੱਖ ਅਮਰੀਕਾ ਦੇ ਸੁਣ ਰਹੇ ਨੇ, 25 ਤਰੀਕ ਨੂੰ ਮਨਹੱਟਨ UNO ਵਿਖੇ ਦੁਨੀਆ ਦੀ ਅਦਾਲਤ ਲੱਗਣੀ ਜੇ। ਦੁਨੀਆ ਦੀ ਅਦਾਲਤ ਵਿੱਚ ਉਹਨਾਂ ਕਿਸਾਨਾਂ ਦੀ ਆਵਾਜ਼ ਬਣਨਾ ਤੁਹਾਡਾ ਹੱਕ ਹੈ। ਜੇ ਤੁਸੀਂ ਆਪਣੀ ਆਵਾਜ਼ ਨਹੀਂ ਰੱਖੋਗੇ ਤੇ ਉਹਨਾਂ ਕਿਸਾਨਾਂ ਦੀ ਆਵਾਜ਼ ਕਿੰਨੇ ਬਣਨਾ ਹੈ। ਸੋ ਖਾਲਸਾ ਜੀ ਜਾਗੋ, ਆਪ ਦੀ ਜ਼ਮੀਰ ਦਿਖਾਓ। 25 ਤਰੀਕ ਨੂੰ UNO ਮਨਹੱਟਨ ਦੇ ਸਾਹਮਣੇ ਸਵੇਰੇ 8 ਵਜੇ ਜੱਦੇ ਅੱਤਵਾਦੀ ਮੋਦੀ ਹਿੰਦੁਸਤਾਨ ਦੇ ਗੁਣਗਾਨ ਕਰਦਾ ਹੋਏਗਾ। ਬਾਹਰ ਤੁਸੀਂ ਦੁਨੀਆ ਦੇ ਪੰਚਾਂ ਨੂੰ ਦੱਸਣਾ ਆ ਇਹ ਕਾਤਲ ਹੈ। ਇਸਨੇ 3000 ਕਿਸਾਨ ਮਾਰੇ ਨੇ, ਇਸਨੇ 40000 ਸਿੱਖਾਂ ਦੇ ਗਲਾਂ ਡਰ ਪਾਏ ਨੇ, ਇਸਨੇ 2 ਲੱਖ ਤੋਂ ਵੱਧ ਸਿੱਖ ਘਰ ਤੋਂ ਕੱਢ ਕੇ ਮਾਰਿਆ ਤੇ ਇਸ ਗੁਲਾਮੀ ਦਾ ਹੱਲ ਜਿਹੜਾ ਆ ਉਹ ਆ ਖਾਲਿਸਤਾਨ। ਖਾਲਿਸਤਾਨ ਜਿੰਦਾਬਾਦ, ਅਕਾਲ ਤਖਤ ਦਾ ਆਵਾਜ਼, ਇੰਡੀਆ ਆਊਟ ਆਫ what we want, ਕਿਸਾਨ ਹੱਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। We are gathered here in front of White House to protest against the Indian state because head of Indian state Modi is visiting President Biden. So we all gathered here in solidarity with our Kisan brothers sitting in New Delhi, at the borders of Delhi or the borders of Haryana. So this is all about the atrocities that we have suffered in last 70 years since the independence. Sikhs joined the Union of India under some pretext of under some promises that were made to Sikh leaders, and not even one of the promises were kept. So now we are during 84 they have attacked our Darbar Sahib, they have killed over so many. I mean, this is the story goes on and on and on. So now we have no option but to ask for full sovereign state Khalistan from the state of India. So thank you. ਅੱਜ ਵਾਸ਼ਿੰਗਟਨ DC ਦੇ ਵਿੱਚ ਵਾਈਟ ਹਾਊਸ ਦੇ ਸਾਹਮਣੇ, ਵਾਈਟ ਹਾਊਸ ਜਿੱਥੇ ਕਿ ਇੰਡੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚੇ ਹੋਏ ਨੇ ਤੇ ਉਹਨਾਂ ਦੇ ਇਸ ਯਾਤਰਾ ਦੇ ਵਿਰੋਧ ਦੇ ਵਿੱਚ ਸਿੱਖ ਭਾਈਚਾਰਾ ਖਾਸ ਕਰਕੇ ਉਹ ਸੋਚ ਜਿਹੜੀ ਆਜ਼ਾਦੀ ਦੀ ਸੋਚ ਰੱਖਦੀ ਹੈ ਅੱਜ ਇੱਥੇ ਵਾਸ਼ਿੰਗਟਨ DC ਵਿੱਚ ਇਕੱਠੇ ਹੋਏ ਨੇ ਆਪਣੇ ਹੱਕ ਦੀ ਗੱਲ ਕਰਨ ਦੇ ਲਈ। ਔਰ ਜੋ ਉੱਥੇ ਹਿਊਮਨ ਰਾਈਟਸ ਵਾਇਲੇਸ਼ਨਸ ਹੋ ਰਹੀਆਂ ਨੇ
ਉਹਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਨ ਦੇ ਲਈ। ਸੋ ਮੈਂ ਰਿਣੀ ਹੈ TV 84 ਦਾ ਤੇ ਬਾਕੀ ਸਾਰੇ ਮੀਡੀਆ ਦਾ ਜਿਹੜੇ ਇੱਥੇ ਪਹੁੰਚੇ ਨੇ ਕਵਰੇਜ ਕਰਨ ਦੇ ਲਈ, ਤੇ ਉਹਨਾਂ ਭੈਣ ਭਰਾਵਾਂ ਦਾ ਜਿਹੜੇ ਆਪਣੀ ਆਵਾਜ਼ ਨੂੰ ਬੁਲੰਦ ਕਰਨ ਲਈ ਇੱਥੇ ਪਹੁੰਚੇ ਨੇ। ਗੱਲ ਖਾਲਿਸਤਾਨ ਦੇ ਮੁੱਦੇ ਦੀ ਵੀ ਹੋ ਰਹੀ ਹੈ, ਗੱਲ ਫਾਰਮਰਸ ਦੀ ਵੀ ਹੋ ਰਹੀ ਹੈ, ਹਰ ਉਸ ਰਾਈਟ ਦੀ ਹੋ ਰਹੀ ਹੈ ਜਿਹੜਾ ਬੰਦਾ ਮਹਿਸੂਸ ਕਰਦਾ ਕਿ ਮੈਨੂੰ ਵਾਂਝਾ ਰੱਖਿਆ ਜਾ ਰਿਹਾ। ਜੇ ਗੱਲ ਖਾਲਿਸਤਾਨ ਦੀ ਕਰੀਏ, ਅੱਜ ਦਾ ਕੋਈ ਨਵਾਂ ਮੁੱਦਾ ਨਹੀਂ। ਸਨ 84 ਤੋਂ ਅਕਾਲ ਤਖਤ ਸਾਹਿਬ ਤੋਂ ਇਹ ਅਨਾਉਂਸ ਕਰ ਦਿੱਤਾ ਗਿਆ ਸੀ। ਸੋ ਸਿੱਖਾਂ ਦੀ ਇੱਕ ਮੰਗ ਜਾਇਜ਼ ਹੈ, ਔਰ ਜਿਹੜਾ ਗੋਦੀ ਮੀਡੀਆ ਇਸ ਗੱਲ ਨੂੰ ਬਹੁਤ ਚੱਕਦਾ ਕਿ ਬੜੇ ਘੱਟ ਚੰਦ ਸਿੱਖ ਉੱਥੇ ਪਹੁੰਚਦੇ ਨੇ। ਮੈਂ ਇੰਨੀ ਗੱਲ ਜ਼ਰੂਰ ਦੱਸਣੀ ਚਾਹੁੰਦਾ ਕਿ ਹਰ ਸਿੱਖ ਦੇ ਨਾਲ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕ ਖੜੇ ਨੇ ਜਿਹੜੇ ਅੱਜ ਇੱਥੇ ਹਾਜ਼ਰ ਨਹੀਂ। ਸੋ ਇੱਕ ਮੁੱਦਾ ਜਿਹੜਾ ਬਹੁਤ ਸੀਰੀਅਸ ਮੁੱਦਾ ਔਰ ਇੱਕ ਜਾਇਜ਼ ਮੁੱਦਾ ਔਰ ਹੱਕ ਦਾ ਮੁੱਦਾ, ਜਿਹਦੀ ਸੋਚ ਨੂੰ ਲੈ ਕੇ ਇੱਥੇ ਲੋਕ ਪਹੁੰਚੇ ਨੇ। ਦੇ ਨਾਲ ਨਾਲ ਫਾਰਮਰਸ ਲਈ ਵੀ ਪਹੁੰਚੇ ਨੇ। ਜੇ ਤੁਸੀਂ ਮੇਰੀ ਹਰੀ ਪਗੜੀ ਦੇਖਦੇ ਹੋ, ਇਹ ਤੋਂ ਬਾਅਦ ਜਿਹੜਾ ਨੈਕਸਟ ਪ੍ਰੋਟੈਸਟ ਹੈ ਉਹ ਫਾਰਮਰਸ ਦਾ, ਤੇ ਉਹਨਾਂ ਦੇ ਵਿੱਚ ਵੀ ਅਸੀਂ ਪਹੁੰਚਣਾ ਹੈਗਾ। ਪਰ ਇਹਦਾ ਮਤਲਬ ਨਹੀਂ ਅਸੀਂ ਅੱਤਵਾਦੀ ਹਾਂ, ਅਸੀਂ ਹੱਕਵਾਦੀ ਹਾਂ, ਸੱਚਵਾਦੀ ਹਾਂ, ਤੇ ਸੱਚ ਦੀ ਗੱਲ ਕਰਨ ਲਈ ਇੱਥੇ ਇਕੱਠੇ ਹੋਏ ਆ। ਸੋ ਇੱਕ ਵਾਰ ਫੇਰ ਨਹੀਂ ਹੈ TV 84 ਦਾ ਤੇ ਨਾਲ ਹਰ ਇੱਕ ਮੀਡੀਆ ਦਾ ਤੇ ਭੈਣ ਭਰਾਵਾਂ ਦਾ ਥੈਂਕ ਯੂ ਜੀ। We are also protesting against Modi. More than 3,000 farmers have lost their lives in these peaceful farmer protests as a result of violence by the Nazi Modi government. All the people in the world are supporting farmers' demands. That includes several member parliaments of UK, several congressmen from United States of America, International Court of Justice, and United Nations, and Justin Trudeau, Prime Minister of Canada. India is criminalizing our demand. India has filed criminal case against American lawyer Gurpatwant Singh Pannu for supporting and organizing the protests against the Modi government in the support of farmers. Sikhs are starting the Punjab Independent Referendum, Khalistan Referendum voting from October 31st this year, which will be another 5 weeks. We are having a referendum for secession of Punjab from India. We are also supporting the Kisan Union. However, we are telling our Kisan brothers that Kisan Hal Khalistan, the only way the people of Punjab can get their rights is after we free Punjab from the clutches of slavery under India and the subjugation under the democracy, false democracy of India. Thank you. ਧੰਨਵਾਦ ਜੀ। ਤੇ ਸਾਡੇ ਨਾਲ ਡਾਕਟਰ ਅਮਰਜੀਤ ਸਿੰਘ ਲਗਾਤਾਰ ਜਿਹੜੇ ਸੇਵਾ ਕਰਦੇ ਨੇ ਤੇ ਇਹਨਾਂ ਨੇ ਕਈ ਹਫ਼ਤਿਆਂ ਤੋਂ ਕਈ ਸਾਲਾਂ ਤੋਂ ਆਪਣੀ ਸਾਰੀ ਜ਼ਿੰਦਗੀ ਜਿਹੜੀ ਹੈ ਉਹ ਪੰਜਾਬੀਆਂ ਲਈ ਤੇ ਪੰਜਾਬੀਅਤ ਲਈ ਲਾ ਦਿੱਤੀ ਹੈ। ਇਸ ਮੋਦੀ ਬੁੱਚੜ ਨੂੰ ਇਹਦਾ ਚਿਹਰਾ ਨੰਗਾ ਕਰਨ ਲਈ ਲਾ ਦਿੱਤੀ ਹੈ। ਤੇ ਆਓ ਸੁਣਦੇ ਹਾਂ ਡਾਕਟਰ ਅਮਰਜੀਤ ਸਿੰਘ ਜੀ। Brothers and sisters, today Sikhs from all over United States of America have gathered in front of the White House, which represents the values of religious freedom, liberty, and justice. The reason for our protest is that today a murderer who calls himself as the largest democracy on this planet, which is India, he is meeting with our President Biden. We are thankful to American system that we who were persecuted in India, where over 100,000 our brothers and sisters were killed between 1984 and 1995, this great United States of America gave us asylum and gave us the right under the First Amendment to express our opinions freely. Let we look towards India. Most of the Americans, when they think of America, in their mind comes land of the Gandhi. They think of
India as a land of mysticism, as a land of yoga. But if you little bit probe it, there is United States Commission on International Religious Freedom, briefly called USCIRF. This USCIRF came into existence in 1996 under a US law, which is a bipartisan representing Democrats, Republicans, and common commissioners. Look at the man who is meeting with our President Biden. He was barred for 12 years from visiting United States of America from 2002 till 2014. The reason was that when this man was chief minister of one Indian state of Gujarat, you must have seen the protesters opposite us, those who were supporting Modi. They all are just residents of state of Gujarat, which Modi represents. And Modi killed thousands of innocent Muslims in a worst kind of genocide in Gujarat. And that is how he was promoted as the Hindu Hriday Samrat, meaning the royal king of the Hindu hearts. And for 12 years, this man was not allowed to enter United States, was not allowed to enter Canada, was not allowed to enter United Kingdom. But in 2014, when he became Prime Minister of India and his qualification, and my brothers and sisters, let me remind you, we often talk about Nazi Germany. We often talk about the atrocities of Hitler. But one thing I want to remind, that Nazi Germany or Germany under Hitler, Hitler didn't confiscate power through army coup. He was elected democratically, and the name of the country was Socialist Republic of Germany. But what under the name of democracy this Nazi party did not only to Germans, to whole of Europe. And we as Sikhs, many Americans may not be knowing that in the First World War also, Americans, where the Sikhs came to United States of America in the last part of 19th century, we are here for more than 125 years. Sikh warriors, Sikh soldiers died during the First World War, defending the shores, defending the national interests of America. And in the Second World War, between 1939 and 1945, over 100,000 Sikh soldiers died. As Sikhs, even in Punjab, then knew what does Nazi Germany mean. They knew what does Mussolini mean, and they were for a world order where there was no place for Nazism, there was no place for fascism. And after the end of World War, when the truth was known that how Jews were killed, persecuted, over 6 million of them, how Gypsies were killed and persecuted, how Roman Catholics were killed, how civil libertarians were killed, then a slogan came all over, never again, never again. Everybody asked why we were sleeping when that was happening in 1930s. But brothers and sisters, today the same is happening in India. Many of you may close your eyes saying, oh, India, land of Gandhi, over 1,350,000,000 people. But look at India, which has locked the offices of Amnesty International. They are not letting them operate from there. They have closed many NGOs. Today in India, journalists, writers, peaceful protesters, all are being charged under one act, UPA, Unfair Activities and Terrorist Act. So many are behind bars just for the reason that they are showing dissent with the Modi's policies. And one thing, let me remind you, the Nazi Germany slogan was one leader, one race, one people. Similarly, today's India, which may be democracy in its name, its slogan is Hindu, Hindi, Hindustan. That in India, only Hindus can live, no place for Christians, no place for so-called untouchables, no place for Muslims, no place for Sikhs, no place for the native people. And slowly, by using all means, that may be physical genocide, that may be statistical genocide, that may be historical genocide,
And finally, you must have seen a lot of placards with the dead farmers' images on those placards. And the reason is that more than a year ago, they came up with 3 farm laws, which meant that even the poor farmers in Punjab, 80% of them have less than 5 acres of land. These rich people, the likes of here, the very big, rich corporate America, those Ambanis, Adanis, Patanjalis, they will be owning our lands, and over 100,000 farmers in the last 1 year, they are sitting on the outskirts of Delhi, protesting peacefully that take back these farm laws. But the tyranny is going on, the brutality is there under the First Amendment rights here. Even India is interfering in our rights here. They are providing wrong information to American agencies. We are proud citizens of great United States of America. And we are proud that in this land, they were pilgrims, those who were religiously persecuted, who came here, found the place, and we always are proud of our founding fathers, George Washington, Thomas Jefferson, Gary Adams, Benjamin Franklin. They laid down the very foundations of a country today, which is the dreamland for the most of the people on this planet. But we want to give this message to our President Biden, that this Nazi Modi, whose hands are soaked in blood of thousands of innocent Sikhs, innocent Kashmiris, innocent Muslims, innocent Christians, innocent Dalits, recognize him. He is the incarnation of Hitler. Don't think India is a democracy and we need a strategic partner against China. Don't make that mistake which Chamberlain made in the 1930s when he signed a pact with the Hitler. What happened in the Europe then, we can realize India under Modi is just like Nazi Germany under Nazi party. And my brothers and sisters, we believe in peace, we believe in dialogue, we believe in sorting out all problems through talks and negotiations. But this Modi government, this Hindutva government, whose ideology is very dangerous, go to the Google, find out what does Hindutva mean, and you will see the reflection of Nazism. Whatever was the Nazi ideology, the super race, India is a worst form of apartheid with the caste system. India's caste system, Brahmins, Kshatriyas, Vaishyas and Shudras, more than 50% of people has been turned as untouchable. Today, very small coterie of people, which are called Brahmins, which are called Pandits, they are the ones who are ruling. Modi is protecting their rights. Minorities are suffering, poor are suffering, farmers are suffering. And what we went through in the last 40 years, Sikhs came to the final conclusion. United Nations Charter of Human Rights very clearly says, and I'll quote the preamble of UN Charter of Human Rights, which says, when a man is not to be compelled as a last resort to rebellion, his rights must be protected by the rule of the law. Great Martin Luther King on this land, when he said, injustice anywhere is the threat to justice everywhere. We as proud Americans, we should side with the grieved people. We should side with the oppressed people. India, in the name of democracy, is fooling the world. This Nazi-like RSS party, RSS government in India is the worst persecutor. That is why Sikhs came with the Khalistan slogan, not only slogan, right of self-determination. Sikhs for Justice, an organization which has come up with a referendum 2020 slogan, not only slogan, but our right to decide that whether we want to stay with India or not. But this very peaceful movement has been turned into a terrorist movement. The activists,
their lands are confiscated in India. They are charged under sedition laws. And we want to give this message that great United States of America's President Biden, if you don't realize that you are encouraging this killer, then tomorrow when we regret that why we didn't stop Hitler in the initial stages, the same answer you'll have to give to the history that while on one hand persecuted people were standing outside White House, they were requesting that let this man be out of this place. He don't deserve here as he's a killer of hundreds of thousands of innocent people. Let we all raise 5 slogans in support of Khalistan, free land for our Khalsa brothers and sisters in the land between Wagah and Jamuna. Khalistan! 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਥੇ ਬਹੁਤ ਦੂਰੋਂ ਨੇ ਅਮਰੀਕਨ ਗੁਰਦੁਆਰਾ ਸਿੱਖ ਪ੍ਰਬੰਧਕ ਕਮੇਟੀ ਦੇ ਵਾਈਸ ਪ੍ਰੈਜ਼ੀਡੈਂਟ ਗੁਰਦੇਵ ਸਿੰਘ ਮਿਸ਼ੀਗਨ ਤੋਂ ਇੱਥੇ ਨੇ ਤੇ ਅਸੀਂ ਜ਼ਰੂਰ ਉਹਨਾਂ ਨੂੰ ਵੀ ਕਵਾਂਗੇ ਉਹ ਵੀ ਅੱਜ ਇਸ ਪ੍ਰੋਟੈਸਟ ਦੇ ਵਿੱਚ ਜਿੱਥੇ ਹਿੱਸਾ ਲੈਣ ਆਇਆ ਉੱਥੇ ਪੂਰੀ ਦੁਨੀਆ ਦੇ ਵਿੱਚ ਆਪਣੀ ਆਵਾਜ਼ ਜਿਹੜੀ ਅੱਜ ਇੱਥੋਂ ਵਾਈਟ ਹਾਊਸ ਰਾਹੀਂ ਕਨਵੇ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਮਰੀਕਾ ਦੀਆਂ ਹਰ ਇੱਕ ਸਟੇਟ ਤੋਂ ਤਕਰੀਬਨ ਇੱਥੇ ਨੁਮਾਇੰਦੇ ਪਹੁੰਚੇ ਹੋਏ ਨੇ ਸਾਡੀ ਆਜ਼ਾਦੀ ਦੀ ਲੜਾਈ ਲਈ, ਉਹਨੂੰ ਫਤਿਹ ਕਰਨ ਲਈ। ਸੋ ਅੱਜ ਜੋ ਸਾਡੇ ਹਾਲਾਤ ਚੱਲ ਰਹੇ ਨੇ ਇਸ ਦਾ ਇੱਕੋ ਇੱਕ ਹੱਲ ਖਾਲਿਸਤਾਨ ਹੈ। ਸੋ ਅੱਜ ਇਸ ਮੋਦੀ ਦਾ ਚਿਹਰਾ ਨੰਗਾ ਕਰਨ ਲਈ ਇੱਥੇ ਸਿੱਖ ਸੰਗਤਾਂ, ਮੁਸਲਮਾਨ ਵੀਰ ਤੇ ਹੋਰ ਸਾਰੀਆਂ ਸੰਗਤਾਂ ਪਹੁੰਚੀਆਂ ਹੋਈਆਂ ਹਨ। ਸਾਨੂੰ ਉਹਦਾ ਚਿਹਰਾ ਨੰਗਾ ਕਰਕੇ ਆਪ ਦੀ ਖਾਲਿਸਤਾਨ ਦੀ ਲੜਾਈ ਵਾਲਾ ਔਰ ਜ਼ੋਰ ਦੇ ਨਾਲ ਵਧਣ ਦੀ ਲੋੜ ਹੈ। ਹਰ ਇੱਕ ਚੀਜ਼ ਦਾ ਹੱਲ ਇੱਕੋ ਇੱਕ ਹੈ, ਆਜ਼ਾਦੀ, ਖਾਲਿਸਤਾਨ। ਜਦ ਤੱਕ ਸਾਨੂੰ ਆਜ਼ਾਦੀ ਨਹੀਂ ਮਿਲੇਗੀ ਉਦ ਤੱਕ ਅਸੀਂ ਸਿੱਖ 'ਚ ਮਰਾਂਗੇ। ਉਹਦੇ ਨਾਲੋਂ ਸਾਡਾ ਲਈ ਚੰਗਾ ਹੋਵੇਗਾ ਕਿ ਅਸੀਂ ਆਪ ਦੀ ਧੜੱਲੇ ਨਾਲ ਲੜਾਈ ਲੜੀਏ ਤੇ ਆਪ ਦੀ ਆਜ਼ਾਦੀ ਨੂੰ ਜਲਦੀ ਪ੍ਰਾਪਤ ਕਰੀਏ। ਇਹ ਸਾਰੀਆਂ ਸਿੱਖ ਜਥੇਬੰਦੀਆਂ ਤੇ ਸਾਰੇ ਸਿੱਖ ਜਗਤ ਨੂੰ ਇਹ ਬੇਨਤੀ ਹੈ। ਸੋ ਭਾਈ ਮੈਂ ਖਾਲਿਸਤਾਨ ਦੇ ਨਾਰੇ ਲਾਵਾਂਗਾ। ਖਾਲਿਸਤਾਨ 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 ਖਾਲਿਸਤਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਜਿੰਨੇ ਵੀ